ਜੈ ਪੀਰਾਂ ਦੀ ਸਾਰੀਆਂ ਸੰਗਤਾਂ ਨੂੰ ਅੱਜ ਅਸੀਂ ਇੱਕ ਬਲੀ ਦਾ ਤੇ ਬਾਬਾ ਫਰੀਦ ਜੀ ਦਾ ਬਹੁਤ ਸੋਹਣਾ ਕਿੱਸਾ ਸੁਣਾਉਣ ਲੱਗੇ ਹਾਂ। ਇੱਕ ਵਾਰ ਬਾਬਾ ਫਰੀਦ ਜੀ ਦੇ ਮੁਰਸ਼ਦ ਨੇ ਜੋ ਕਿ ਕੁਤਬੁੱਦੀਨ ਔਲੀਆ ਦਿੱਲੀ ਦੇ ਬਹੁਤ ਉੱਚ ਬਲੀ ਹੋਏ ਨੇ, ਉਹਨਾਂ ਨੇ ਬਾਬਾ ਫਰੀਦ ਜੀ ਨੂੰ ਇਜਾਜ਼ਤ ਦਿੱਤੀ ਕਿ ਜਾਓ ਜਾ ਕੇ ਕਿਸੇ ਬਲੀ ਨੂੰ, ਕਿਸੇ ਉੱਚੇ ਫਕੀਰ ਨੂੰ ਮਿਲ ਕੇ ਆਓ, ਉਸ ਤੋਂ ਗਿਆਨ ਲੈ ਕੇ ਆਓ। ਤਦ ਬਾਬਾ ਫਰੀਦ ਜੀ ਨੇ ਆਪਣੇ ਮੁਰਸ਼ਦ ਕੁਤਬੁੱਦੀਨ ਔਲੀਆ ਤੋਂ ਇਜਾਜ਼ਤ ਲੈ ਕੇ ਸ਼ਹਿਰ ਵੱਲ ਨੂੰ ਚੱਲ ਪਏ। ਜਦੋਂ ਸ਼ਹਿਰ ਪਹੁੰਚੇ ਤਦ ਉਹਨਾਂ ਨੇ ਲੋਕਾਂ ਕੋਲੋਂ ਪੁੱਛਿਆ ਕਿ ਇੱਥੇ ਕੋਈ ਬਲੀ ਰਹਿੰਦਾ ਹੈ, ਕੋਈ ਫਕੀਰ ਰਹਿੰਦਾ ਹੈ। ਤਦ ਵਿਅਕਤੀ ਨੇ ਉਹਨਾਂ ਨੂੰ ਦੱਸਿਆ ਕਿ ਹਾਂਜੀ, ਉਸ ਪਹਾੜੀ 'ਤੇ ਇੱਕ ਬਹੁਤ ਪੁਰਾਣਾ, ਬਹੁਤ ਸਮੇਂ ਤੋਂ ਇੱਕ ਫਕੀਰ ਰਹਿ ਰਿਹਾ ਹੈ, ਤੁਸੀਂ ਉੱਥੇ ਉਸ ਨੂੰ ਮਿਲ ਕੇ ਆ ਸਕਦੇ ਹੋ। ਬਾਬਾ ਫਰੀਦ ਜੀ ਨੇ ਜਦ ਉੱਧਰ ਦੇਖਿਆ, ਪਹਾੜੀ ਬਹੁਤ ਉੱਚੀ ਸੀ, ਪਰ ਫਿਰ ਵੀ ਜਿਸ ਤਰ੍ਹਾਂ ਉਹਨਾਂ ਦੇ ਮੁਰਸ਼ਦ ਨੇ ਉਹਨਾਂ ਨੂੰ ਕਿਹਾ ਸੀ, ਉਹ ਉਸੇ ਤਰ੍ਹਾਂ ਉਸ ਬਲੀ ਨੂੰ ਮਿਲਣ ਲਈ, ਉਸ ਫਕੀਰ ਨੂੰ ਮਿਲਣ ਲਈ ਉਸ ਪਹਾੜੀ 'ਤੇ ਚੜ੍ਹ ਗਏ। ਕੁਝ ਦਿਨਾਂ ਬਾਅਦ ਉਹ ਉਸ ਪਹਾੜੀ ਦੇ ਸਿਖਰ 'ਤੇ ਪਹੁੰਚੇ ਤਾਂ ਕੀ ਦੇਖਦੇ ਹਨ, ਉੱਥੇ ਇੱਕ ਕੁੱਲੀ ਪਈ ਹੋਈ ਹੈ ਅਤੇ ਉਹਨਾਂ ਦਾ ਧਿਆਨ ਅਚਾਨਕ ਉਸ ਕੁੱਲੀ ਦੇ ਬਾਹਰ ਇੱਕ ਲੱਤ ਦੇ ਕੰਕਾਲ ਦਾ, ਇੱਕ ਲੱਤ ਦੇ ਹੱਡੀਆਂ ਦਾ ਕੰਕਾਲ ਦਾ ਟੁਕੜਾ ਪਿਆ ਹੋਇਆ ਹੈ। ਜਦੋਂ ਬਾਬਾ ਫਰੀਦ ਜੀ ਉਸ ਕੰਕਾਲ ਨੂੰ ਦੇਖਦੇ ਹਨ ਤਾਂ ਬਹੁਤ ਹੈਰਾਨ ਹੁੰਦੇ ਹਨ ਕਿ ਇੰਨੀ ਉੱਚੀ ਪਹਾੜੀ 'ਤੇ ਕੋਈ ਇਨਸਾਨ ਕਿਵੇਂ ਆ ਸਕਦਾ ਹੈ। ਤਦ ਉਹਨਾਂ ਨੇ ਸੋਚਿਆ ਕਿ ਇਸ ਬਾਰੇ ਅੰਦਰ ਚੱਲ ਕੇ ਫਕੀਰਾਂ ਨਾਲ ਗੱਲ ਕਰਦੇ ਹਨ। ਜਦੋਂ ਉਹ ਉਸ ਕੁੱਲੀ ਦੇ ਅੰਦਰ ਗਏ ਤਦ ਕੀ ਦੇਖਦੇ ਹਨ ਕਿ ਉਹਨਾਂ ਫਕੀਰਾਂ ਦੀ ਇੱਕ ਲੱਤ ਦਾ ਟੁਕੜਾ ਕੱਟਿਆ ਹੋਇਆ ਹੈ। ਉਸ ਫਕੀਰ ਦਾ ਉਹ ਲੱਤ ਦਾ ਟੁਕੜਾ ਨਹੀਂ ਹੈ। ਬਾਬਾ ਫਰੀਦ ਜੀ ਇਹ ਗੱਲ ਸਮਝ ਗਏ ਕਿ ਇਹ ਟੁਕੜਾ ਇਹਨਾਂ ਦਾ ਹੀ ਹੈ। ਬਾਬਾ ਫਰੀਦ ਜੀ ਨੇ ਉਹਨਾਂ ਬਲੀ ਨੂੰ, ਉਹਨਾਂ ਫਕੀਰ ਨੂੰ ਸਲਾਮ ਅਦਾ ਕੀਤੀ ਅਤੇ ਥੋੜ੍ਹਾ ਜਿਹਾ ਝਿਜਕਦੇ ਉਹਨਾਂ ਤੋਂ ਇੱਕ ਸਵਾਲ ਪੁੱਛਿਆ ਕਿ ਹੇ ਸਰਕਾਰ, ਜੋ ਬਾਹਰ ਲੱਤ ਦਾ ਟੁਕੜਾ ਪਿਆ ਹੋਇਆ ਹੈ ਉਹ ਤੁਹਾਡਾ ਹੈ? ਤਦ ਉਹ ਬਲੀ, ਉਹ ਫਕੀਰਾਂ ਨੇ ਥੋੜ੍ਹਾ ਜਿਹਾ ਮੁਸਕਰਾਇਆ ਅਤੇ ਕਹਿਣ ਲੱਗੇ ਕਿ ਹਾਂ, ਉਹ ਲੱਤ ਮੇਰੀ ਹੈ। ਤਦ ਬਾਬਾ ਫਰੀਦ ਜੀ ਨੇ ਪੁੱਛਿਆ ਕਿ ਤੁਹਾਡੀ ਲੱਤ ਕੱਟ ਕੇ ਕਿਉਂ ਬਾਹਰ ਪਈ ਹੋਈ ਹੈ, ਇਸ ਦੇ ਪਿੱਛੇ ਕੀ ਰਾਜ ਹੈ? ਤਦ ਉਸ ਫਕੀਰਾਂ ਨੇ ਦੱਸਿਆ ਕਿ ਇਹ ਬਹੁਤ ਟਾਈਮ ਪਹਿਲਾਂ ਦੀ ਗੱਲ ਹੈ ਕਿ ਇੱਕ ਟਾਈਮ 'ਤੇ ਇਸ ਪਹਾੜੀ 'ਤੇ ਬਹੁਤ ਤੇਜ਼ ਠੰਡ ਪੈ ਰਹੀ ਸੀ। ਇੰਨੀ ਤੇਜ਼ ਠੰਡ ਪੈ ਰਹੀ ਸੀ ਕਿ ਮੈਨੂੰ ਲੱਗ ਰਿਹਾ ਸੀ ਕਿ ਮੈਂ ਹੁਣ ਜਿੰਦਾ ਨਹੀਂ ਰਹਾਂਗਾ। ਇਸ ਪਹਾੜੀ 'ਤੇ ਮੈਂ ਇਕੱਲਾ ਉਸ ਠੰਡ ਨੂੰ ਝੱਲ ਰਿਹਾ ਸੀ। ਤਦ ਮੈਂ ਉਸ ਖੁਦਾ ਅੱਗੇ ਦੁਆ ਕੀਤੀ, ਉਸ ਪਰਵਤਦਿਗਾਰ ਅੱਗੇ ਦੁਆ ਕੀਤੀ ਕਿ ਹੇ ਖੁਦਾ, ਧੁੱਪ ਕੱਢ ਦੇ, ਨਹੀਂ ਤਾਂ ਤੇਰੇ ਇਸ ਫਕੀਰ ਦਾ, ਤੇਰੇ ਇਸ ਬਲੀ ਦਾ ਜਿੰਦਾ ਰਹਿਣਾ ਬਹੁਤ ਮੁਸ਼ਕਿਲ ਹੈ। ਕੁਝ ਤਰਸ ਖਾ, ਕੁਝ ਕਰਮ ਕਰ। ਤਦ ਮੈਂ ਕੀ ਦੇਖਿਆ ਕਿ ਕੁਝ ਸਮੇਂ ਤੱਕ ਹੀ ਉਸ ਖੁਦਾ ਨੇ, ਉਸ ਪਰਵਤਦਿਗਾਰ ਨੇ ਧੁੱਪ ਕੱਢ ਦਿੱਤੀ, ਜਿਸ ਨਾਲ ਮੇਰੀ ਜੋ ਠੰਡ ਸੀ, ਜੋ ਮੈਨੂੰ ਸਰਦੀ ਲੱਗ ਰਹੀ ਸੀ, ਉਹ ਘੱਟ ਹੋ ਗਈ। ਜਦੋਂ ਉਸ ਖੁਦਾ ਦਾ ਇੰਨਾ ਕਰਮ ਹੋਇਆ ਮੇਰੇ 'ਤੇ, ਤਦ ਉਸ ਖੁਦਾ ਨੇ ਮੇਰੀ ਅਜ਼ਮਾਇਸ਼ ਲੈਣ ਲਈ, ਮੇਰੀ ਪਰਖ ਲੈਣ ਲਈ ਇੱਕ ਬਹੁਤ ਵਧੀਆ, ਬਹੁਤ ਸੋਹਣੀ ਖੇਡ ਰਚਾਈ ਅਤੇ ਮੈਂ ਉਸ ਅਜ਼ਮਾਇਸ਼ ਵਿੱਚ ਕੁਝ ਭਟਕ ਗਿਆ, ਜਿਸ ਕਾਰਨ ਮੈਂ ਆਪਣੀ ਖੁਦ ਹੀ ਇਹ ਸੱਜੀ ਲੱਤ ਕੱਟ ਕੇ ਬਾਹਰ ਸੁੱਟ ਦਿੱਤੀ। ਜਦ ਬਾਬਾ ਫਰੀਦ ਜੀ ਨੇ ਉਸ ਅਜ਼ਮਾਇਸ਼ ਬਾਰੇ ਪੁੱਛਿਆ ਤਦ ਉਸ ਬਲੀ ਨੇ ਦੱਸਿਆ ਕਿ ਜਦ ਮੈਂ ਬਾਹਰ ਧੁੱਪ ਵਿੱਚ ਬੈਠਾ ਹੋਇਆ ਸੀ ਤਾਂ ਮੈਂ ਕੀ ਦੇਖਦਾ ਹਾਂ ਕਿ ਮੇਰੇ ਅੱਗਿਓਂ ਇੱਕ ਬਹੁਤ ਸੋਹਣੀ ਮੁਟਿਆਰ, ਜਿਸ ਦਾ ਰੂਹਾਨੀ ਚਿਹਰਾ, ਜਿਸ ਦਾ ਚਿਹਰਾ ਨੂਰ ਨਾਲ ਭਰਿਆ ਹੋਇਆ ਸੀ, ਮੁਟਿਆਰ ਉਹ ਮੇਰੇ ਅੱਗਿਓਂ ਦੀ ਲੰਘੀ ਅਤੇ ਉਸ ਵਕਤ ਮੈਨੂੰ ਸ਼ੈਤਾਨ ਨੇ ਘੇਰਾ ਪਾ ਲਿਆ। ਮੈਂ ਆਪਣੀ ਬੰਦਗੀ, ਆਪਣੇ ਉਸ ਖੁਦਾ ਨੂੰ ਭੁੱਲ ਕੇ ਉਸ ਦੇ ਦੀਦਾਰ ਦੀ ਤਾਂਘ ਕਰਨ ਲੱਗਾ ਅਤੇ ਜਦੋਂ ਉਸ ਦੇ ਦੀਦਾਰ ਲਈ ਮੈਂ ਆਪਣੇ ਇਹ ਕਦਮ ਅੱਗੇ ਵਧਾਏ ਤਦ ਆਕਾਸ਼ ਤੋਂ, ਤਦ ਅਜਾਇਬ 'ਚੋਂ ਅੱਲਾਹ ਪਾਕ ਨੇ ਮੈਨੂੰ ਕਿਹਾ ਕਿ ਵਾਹ ਉਹ ਫਕੀਰਾ, ਯਾਰੀ ਸਾਡੇ ਨਾਲ ਤੇ ਜਾਵੇਂ ਗੈਰਾਂ ਮਗਰ, ਇਹ ਗੱਲਾਂ ਜੱਚਦੀਆਂ ਨਹੀਂ ਤੈਨੂੰ। ਜਿਸ ਵਕਤ ਉਸ ਖੁਦਾ ਦੀ ਇਹ ਗੱਲ ਮੈਂ ਸੁਣੀ, ਮੇਰੇ ਕੰਨਾਂ ਵਿੱਚ ਇਹ ਗੱਲ ਪਈ, ਤਦ ਮੈਂ ਬਹੁਤ ਹੈਰਾਨ ਹੋਇਆ
तद मेरी एक सोच आई कि इस पहाड़ी ते जिथे मैं रह रहा हाँ, इस उच्ची पहाड़ी ते किसी जानवर का भी आना बहुत मुश्किल है। तो ये औरत, ये मुटियार इत्थे की कर रही है। तद मैनू एक गल समझण च टाइम ना लगा कि उस खुदा ने, उस रब ने, उस मालक ने मेरा इम्तिहान लैण लई, मेरी परख लैण लई खुद उस मुटियार दे रूप विच मेरे अग्गेों लंघिया सी। ते जिस परख विच मैं हुण फेल हो चुका हाँ, जिस परख विच मैं गुंगराह हो चुका सी, उस खुदा नूं अपने नूं भुला के मैं इस मुटियार दे मगर जा रहा सी। शैतान ने मेरे सोचण समझण दी शक्ति दा खात्मा कर दिता सी। जदों उस खुदा दी ये गल मेरे कन्नां विच पई तद मैनू अपने आप ते बहुत गुस्सा आया। तद मैं बिना कुछ सोचे समझे ये लत्त मैं सब तो पहला उस मुटियार दे मगर जाण लई मैं बाहर कड्ढी सी, अगे वधाई सी। उसे लत्त नूं उसे पल मैं कट के अपनी कुल्ली दे बाहर सुੱਟ दिता, ताकि ना तो ये मेरी लत्त रहेगी, ना ही मैं कदी अपनी इस जगह तो, अपने उस खुदा की बंदगी तो भजांगा, किते होर जावांगा। इस गल तो सानू ये सिक्ख्या मिलती है कि सुनन च बहुत आउंदा है कि मैं उस खुदा नूं, उस रब नूं बहुत मनदा हाँ, पर फिर भी मैनू दुख बहुत ने, तकलीफ़ां बहुत ने। इस गल तो सानू ये सिक्ख्या मिलती है कि जो जिन्ना उस खुदा नूं मनदा है, जो जिन्ना उस खुदा की बंदगी करता है, या जो जिन्ना उस खुदा की रजा विच रहना चाहता है, उसनूं उन्ना ही उस खुदा वालों तकलीफ मिलती है, दर्द सहना पैंदा है, उसकी परीक्षा होंदियां हन, उसके इम्तिहान लए जाते हैं। क्योंकि एक सुनियार जदों किसी सोने नूं तपा के उसनूं तोड़ मरोड़ के कोई शक्ल दिंदा है तद ही वो पाया जचदा है। उस तरह वो खुदा अपने मरीदां नूं, अपने भगतां नूं तोड़ मरोड़ के अजमाइशां दे राहां चों कढ के एक बहुत सोहनी शक्ल दिंदा है, अपने मरीदां नूं निखारदा है, तद फिर उन्हां दा दुनिया ते नाम हुंदा है। इसे लई सानू उस खुदा दे इम्तिहानां तो भज्जना नहीं चाहिए, सगों उन्हां इम्तिहानां नूं पार करके उस खुदा की बंदगी विच, उस खुदा की रजा विच रह के उस खुदा नूं पा लेना चाहिए है। असी सारे उस खुदा अगे, उस परवतदिगार अगे ना जाने रोज़ किन्नियां दुआवां करते हाँ, किन्नियां अरदासां करते हाँ, किन्नियां फरियादां करते हाँ, पर जदों वो खुदा साडी हर फरियाद कबूल करता है, दिलों कीती फरियाद कबूल करता है, तद वो उस दे नाल नाल साडे इम्तिहान भी जरूर लेंदा है कि असी उस खुदा लई, उस परवतदिगार लई साडा इश्क, साडा सिदक किन्ना क है। इसलिए सानू उस खुदा के इम्तिहानां लई, उस खुदा वालों दियां अजमाइशां लई सदा तैयार पर तैयार रहना चाहिए है। इसलिए जेकर असी उस खुदा नूं मनदे हाँ, जेकर उस खुदा नूं प्यार करते हाँ, इश्क करते हाँ, जेकर उस खुदा की रजा विच रहंदे हाँ, तद उहदे लए गए इम्तिहानां विचों, उहदियां लईआं गईआं परखां विचों सानू लंघ के ही उस खुदा की प्राप्ति हो सकती है, उस खुदा नूं पाया जा सकता है। इहो जिहियां होर वीडियो सुनन लई प्लीज़ साडे चैनल नूं सबसक्राइब कर दो। जय पीरां दी।